गौरव शुक्ला मैं हूं तुहाडे नाल ते अज असीं न्यूज़ 18 पंजाब कोशिश कर रहे हैं कि पंजाब दी जमीनी हकीकत असीं तुहाडे तक पहुंचा सकीए। तुहाडे जिले दे सब तो वड्डे ऑफिसर दे नाल असीं अज गलबात करन दी कोशिश कर रहे हैं, उन्हां तो जानन दी कोशिश कर रहे हैं कि मौजूदा स्थिति की है। हुण असीं गल करांगे कपूरथला दी। कपूरथला एक वड्डा जिला दुआबे दा ते कपूरथला दे विच मौजूदा स्थिति की है। कपूरथला नूं बहुत सारे पिंड लगदे ने। कपूरथला दे विच जिहड़े सब डिविजनस ने उन्हां दा असीं जिक्र करांगे। कपूरथला दे विच कोरोना नूं लैके ब्लैक फंगस नूं लैके की हालात ने, की इंतजाम ने, कितनी तैयारी है पूरे प्रशासन दी। जिला प्रशासन दे वल्लों वैक्सीन नूं लैके, ऑक्सीजन नूं लैके की कुछ तैयारियां कीतियां गईयां ने मौजूदा समय दे विच, क्योंकि ये ओ समा कहा जा रहा है जदों पंजाब दे विच केसेस पिछले कुछ दिनों दे विच घटे ने। वख-वख जिलिਆਂ दे विच असीं लगातार तुहानूं अपडेट दित्ती है कि केसेस घट रहे ने ते इस घटदे केसेस दे विचाले कि हुण समझा जावे कि स्थिति कंट्रोल दे विच है ते हौली हौली जिहड़ा असीं अनलॉक दे वल वधना शुरू हो जावांगे। यही जानने की कोशिश अज असीं कपूरथला दी भी करांगे कि कपूरथला दे विच ग्राउंड रियलिटी मौजूदा समय है कि शुरुआत करते हैं। साडे नाल दीप्ति उपल जी जुड़ रहे ने, डीसी ने कपूरथला दे। मैम बहुत बहुत स्वागत है न्यूज़ 18 पंजाब पे। हाँ जी, थैंक यू जी। मैं शुरुआत करूंगा क्योंकि मैं स्टार्टिंग दे विच जिक्र किया कि बहुत सारे पिंड कपूरथला डिस्ट्रिक्ट दे विच लगदे ने और पिछले कुछ दिनों दे विच गल हुई है कि जिहड़ी रूरल बेल्ट है पंजाब दी, उत्थे कोरोना पहुंचे है और उत्थे थोड़ी जी दिक्कत या कहिए कि ज्यादा दिक्कत इस समय अर्बन तो ज्यादा रूरल दे विच महसूस हुई है। मैं शुरुआत इत्थों ही करदा कि मौजूदा स्थिति, क्योंकि 600 के करीब जो जानकारी है साडे कोल कि पिंड लगदे ने कपूरथला डिस्ट्रिक्ट दे विच, रूरल दी अगर तुसी ग्राउंड रियलिटी इस समय दस सको क्योंकि मौजूदा स्थिति कपूरथला डिस्ट्रिक्ट दे विच की है। ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਸੀਐਮ ਸਾਹਿਬ ਨੇ ਜਿਹੜਾ ਮਿਸ਼ਨ ਫਤਿਹ 2 ਲਾਂਚ ਕੀਤਾ ਹੈ, ਜਿਸ 'ਚ ਜ਼ਿਆਦਾ ਐਮਫੈਸਿਸ ਹੀ ਰੂਰਲ ਏਰੀਆਜ਼ ਦੇ ਕੀਤਾ ਗਿਆ ਹੈ। ਉਹਦੇ ਤਹਿਤ ਆਪਾਂ ਸੈਂਪਲਿੰਗ ਹੁਣ ਪਿੰਡਾਂ 'ਚ ਹੋਰ ਵੀ ਜ਼ਿਆਦਾ ਵਧਾ ਰਹੇ ਹਾਂ। ਜ਼ਿਲ੍ਹਾ ਕਪੂਰਥਲਾ ਦੀ ਜੇ ਗੱਲ ਕਰੀਏ ਤਾਂ ਸਾਡਾ ਏਰੀਆ ਵੈਸੇ ਵੀ ਰੂਰਲ ਏਰੀਆ 'ਚ ਜ਼ਿਆਦਾ ਆਉਂਦਾ ਹੈ। ਆਪਾਂ ਸੈਂਪਲਿੰਗ ਅਦਰਵਾਈਜ਼ ਵੀ ਕਾਫੀ ਵਧਾ ਕੇ ਹੀ ਚੱਲ ਰਹੇ ਸੀਗੇ। ਪੂਰੇ ਜ਼ਿਲ੍ਹੇ ਦੀ ਸੈਂਪਲਿੰਗ ਵੀ ਅਸੀਂ 3000 ਦੇ ਆਸ-ਪਾਸ ਹਰ ਰੋਜ਼ ਦੀ ਕਰ ਰਹੇ ਹਾਂ, ਜਿਸ 'ਚ ਰੂਰਲ ਏਰੀਆ ਦੀ ਸੈਂਪਲਿੰਗ ਅਦਰਵਾਈਜ਼ ਵੀ ਕਾਫੀ ਅਸੀਂ ਕਰ ਰਹੇ ਸੀਗੇ ਸੋ ਦੈਟ ਟਾਈਮਲੀ ਸਾਨੂੰ ਕੇਸਿਸ ਪਤਾ ਲੱਗ ਜਾਣ। ਹੁਣ ਮਿਸ਼ਨ ਫਤਿਹ 2 ਦੇ ਤਹਿਤ ਅਸੀਂ 15 ਦਿਨਾਂ ਦਾ ਪ੍ਰੋਪਰ ਪਲਾਨ ਬਣਾਇਆ ਹੈ, ਜਿਸ 'ਚ ਮੈਂ ਤੇ ਐਸਐਸਪੀ ਨੇ ਪਹਿਲੇ ਸਰਪੰਚਾਂ ਨਾਲ ਗੱਲ ਕਰਕੇ ਉਹਨਾਂ ਨਾਲ ਜ਼ੂਮ ਕਾਨਫਰੰਸ ਕਰਕੇ ਉਹਨਾਂ ਨੂੰ ਆਪਣੀ ਸਾਈਡ ਪੂਰਾ ਲੈ ਕੇ ਕਿ ਆਹ ਪ੍ਰੋਬਲਮ ਜਿਹੜੀ ਕਰੋਨਾ ਦੀ ਹੈ ਜੇ ਪਿੰਡਾਂ 'ਚ ਜ਼ਿਆਦਾ ਫੈਲ ਗਈ, ਜ਼ਿਆਦਾ ਮੌਤਾਂ ਹੋ ਗਈਆਂ ਤੇ ਉਹਦੇ ਨਾਲ ਕਿੰਨਾ ਨੁਕਸਾਨ ਹੋਏਗਾ, ਉਹਨਾਂ ਨਾਲ ਆਪਾਂ ਇਹ ਸਾਰਾ ਪਲਾਨ ਬਣਾ ਕੇ ਕੱਲ ਤੋਂ ਇਹਦਾ ਆਗਾਜ਼ ਕੀਤਾ ਹੈ। ਕੱਲ ਦੇ ਦਿਨ 'ਚ ਹੀ ਕਰੀਬਨ 28000 ਪੋਪੂਲੇਸ਼ਨ ਅਸੀਂ ਪਿੰਡਾਂ ਦੀ ਕਵਰ ਕੀਤੀ ਹੈ, ਜਿਸ 'ਚ ਅਸੀਂ ਸਰਵੇ ਕੀਤਾ ਹੈ ਸਿੰਪਟੋਮੈਟਿਕ ਕੇਸਿਸ ਦਾ। ਕਰੀਬਨ 700-800 ਸੈਂਪਲ ਸਿਰਫ ਉਹ ਪਿੰਡਾਂ ਦੇ, ਉਸ ਤੋਂ ਇਲਾਵਾ ਹੋਰ ਉਹ 700-800 ਸੈਂਪਲ ਅਸੀਂ ਕੱਲ ਹੀ ਸਿਰਫ ਲੈ ਲਿੱਤੇ हैं जस्ट टू चेक कि किन्ने पॉजिटिव आते हैं। देखा गया है कि ਉਹਦੇ ਵਿੱਚ ਕੱਲ ਦੀ ਦਿਨ 'ਚ ਸਾਡੇ ਕੋਲ 20 ਹੀ ਪੋਜ਼ਿਟਿਵ ਹਜੇ ਤੱਕ ਆਏ हैं ਸਿੰਪਟੋਮੈਟਿਕ ਕੇਸਿਸ। ਬਟ ਮੈਨੂੰ ਲੱਗਦਾ ਹੈ ਕਿ ਇੰਨੀ ਜਲਦੀ ਅਸੀਂ ਕਿਸੇ ਚੀਜ਼ ਨੂੰ ਇਹ ਨਾ ਕਹੀਏ ਕਿ ਬੜੀ ਕੰਟਰੋਲ ਹੋ ਗਿਆ ਹੈ। ਹਜੇ ਤਾਂ ਆਹ ਆਗਾਜ਼ ਹੋਇਆ ਹੈ। 15 ਦਿਨਾਂ 'ਚ ਵੀਲ ਇਨਸ਼ੋਰ ਕਿ ਹਰੇਕ ਪਿੰਡ 'ਚ ਅਸੀਂ ਸੈਂਪਲਿੰਗ ਕਰਾ ਸਕੀਏ, ਹਰੇਕ ਪਿੰਡ 'ਚ ਅਸੀਂ ਸਰਵੇਲੈਂਸ ਪ੍ਰੋਪਰ ਕਰਾ ਸਕੀਏ ਸੋ ਦੈਟ ਟਾਈਮਲੀ ਕੇਸ ਸਾਨੂੰ ਜ਼ਰੂਰ ਮਿਲ ਜਾਏ। ਜੀ ਮੈਮ, ਇੱਕ ਹਸਪੀਟਲ ਦਾ ਜ਼ਿਕਰ ਕਰ ਰਹੇ, ਮੈਂ ਰੂਰਲ ਵਾਲੇ ਦੇ ਉੱਤੇ ਰਹਾ ਕਿ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਹਸਪੀਟਲਸ L3 ਤੱਕ ਜਿਹੜੇ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ L3 L2 ਚ ਦਾਖਲ ਕਰਵਾਉਣਾ ਹੋਵੇ, ਉਸ ਦੇ ਲਈ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਰਹੇ ਹੋ? ਕਿਉਂਕਿ ਇਹ ਵੀ ਇਨਫੋਰਮੇਸ਼ਨ ਹੈ ਕਿ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਜ਼ਿਆਦਾਤਰ ਕੇਸਿਸ ਜੋ ਕੋਈ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਜਲੰਧਰ ਰੈਫਰ ਕਰਨਾ ਪੈਂਦਾ ਮੋਸਟ ਆਫ ਦਾ ਕੇਸਿਸ ਨੂੰ, ਤਾਂ ਉਸ ਦੇ ਲਈ ਕੀ ਇੰਤਜ਼ਾਮ ਨੇ? ਕਿਉਂਕਿ ਲੋਕਾਂ ਦੀ ਇਹ ਵੀ ਇੱਕ ਪ੍ਰੋਬਲਮ ਰਹਿੰਦੀ ਹੈ ਕਿ ਉਹਨਾਂ ਨੂੰ ਦੂਰ ਸ਼ਿਫਟ ਕੀਤਾ ਜਾਂਦਾ ਜਾਂ ਆਪਣੇ ਡਿਸਟ੍ਰਿਕਟ ਤੋਂ ਦੂਰ ਜਾਣਾ ਪੈਂਦਾ। जी, ਜ਼ਿਲ੍ਹਾ ਕਪੂਰਥਲਾ 'ਚ ਆ ਹੈ ਕਿ ਸਾਡਾ ਕੋਈ ਡੈਡੀਕੇਟਿਡ ਲੈਵਲ 3 ਜ਼ਿਲ੍ਹੇ ਦੇ ਅੰਦਰ ਨਹੀਂ ਹੈ। ਸਾਡਾ ਡੈਡੀਕੇਟਿਡ ਲੈਵਲ 3 ਜਿਹੜਾ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਬਣਾਇਆ ਗਿਆ ਹੈ। ਉਸ ਤੋਂ ਇਲਾਵਾ ਕਿਉਂਕਿ ਕਪੂਰਥਲੇ ਦੀ ਪ੍ਰੋਕਸੀਮਿਟੀ ਜਲੰਧਰ ਨਾਲ ਬਹੁਤ ਹੀ ਜ਼ਿਆਦਾ ਹੈ, ਮੋਸਟਲੀ ਸਾਡੇ ਜਿਹੜੇ ਲੋਕੀ ਹੈ ਉਹ ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਹਨ। ਸਾਡੇ ਕੋਲ L2 ਫੈਸਿਲਿਟੀ ਅਵੇਲੇਬਲ ਹੈ, ਇੱਕ ਜਿਹੜੀ ਸਿਵਲ ਹਸਪਤਾਲ ਕਪੂਰਥਲਾ 'ਚ ਚੱਲ ਰਹੀ ਹੈ, ਇੱਕ ਸਿਵਲ ਹਸਪਤਾਲ ਫਗਵਾੜੇ 'ਚ ਚੱਲ ਰਹੀ ਹੈ।
ਉਸ ਤੋਂ ਇਲਾਵਾ ਸਿਰਫ ਜੀ। ਇੱਕ ਪ੍ਰਾਈਵੇਟ ਹਸਪਤਾਲ ਹੈ ਫਗਵਾੜੇ 'ਚ ਜਿੱਥੇ L2 ਫੈਸਿਲਿਟੀ ਚੱਲ ਰਹੀ ਹੈ। ਜਿੱਥੇ ਤੱਕ ਗੱਲ ਹੈ ਕਿ L2 'ਚ ਸ਼ਿਫਟ ਕਰਨ ਦਾ, ਅਸੀਂ ਉਹਦੇ ਲਈ ਸਾਰੇ ਐਂਬੂਲੈਂਸਿਸ ਨੰਬਰ, ਨੋਡਲ ਅਫਸਰਸ ਦੇ ਨੰਬਰ ਸਰਕੂਲੇਟ ਕੀਤੇ ਹੋਏ ਹੈ। ਅਸੀਂ WhatsApp ਤੇ ਹੈਲਪਲਾਈਨ ਵੀ ਨਾਲ ਚਲਾਈ ਹੋਈ ਹੈ ਸੋ ਦੈਟ ਜਦ ਵੀ ਕਿਸੇ ਨੂੰ ਐਂਬੂਲੈਂਸ ਦੀ ਲੋੜ ਹੋਏ ਤਾਂ ਐਂਬੂਲੈਂਸ ਉੱਥੇ ਪਹੁੰਚ ਕੇ ਉਹਨਾਂ ਨੂੰ L2 'ਚ ਸ਼ਿਫਟ ਕਰ ਦੇ। ਇਹਦੇ ਨਾਲ ਨਾਲ ਮੈਂ ਇਹ ਚੀਜ਼ ਦੱਸਣਾ ਚਾਹੂੰਗੀ ਕਿ ਮੋਸਟਲੀ ਜਿਹੜੇ ਕੇਸਿਸ ਹੈ ਉਹ ਹੋਮ ਆਈਸੋਲੇਸ਼ਨ 'ਚ ਜਾ ਰਹੇ ਹੈ। ਸਟਾਰਟਿੰਗ ਦੇ 1-2 ਦਿਨਾਂ 'ਚ ਜਦ ਬੰਦਾ ਪੋਜ਼ਿਟਿਵ ਆਂਦਾ ਹੈ, ਉਹਦੀ ਤਬੀਅਤ ਠੀਕ ਹੁੰਦੀ ਹੈ ਤਾਂ ਉਹ ਹੋਮ ਆਈਸੋਲੇਸ਼ਨ 'ਚ ਹੀ ਰਹਿੰਦਾ ਹੈ। ਉਹਦੇ ਲਈ ਵੀ ਅਸੀਂ ਇਨਸ਼ੋਰ ਕਰਾ ਰਹੇ ਹਾਂ, ਅਸੀਂ ਇੱਕ ਡੈਡੀਕੇਟਿਡ ਕਾਲ ਸੈਂਟਰ ਬਣਾਇਆ ਹੋਇਆ ਹੈ ਜਿਹੜਾ ਕਿ ਹਰ ਰੋਜ਼ ਉਹ ਬੰਦਿਆਂ ਦਾ ਹਾਲ ਚਾਲ ਪੁੱਛਦਾ ਹੈ ਕਿ ਉਹਨਾਂ ਦਾ SpO2 ਠੀਕ ਆ ਰਿਹਾ ਹੈ ਜਾਂ ਨਹੀਂ, ਉਹਨਾਂ ਦਾ BP ਠੀਕ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ। ਤੇ ਨਾਲ ਹੀ ਸਾਡੀ ਜਿਹੜੀ ਹੈਲਥ ਟੀਮਸ ਹੈ ਉਹ ਵੀ, ਕਿਉਂਕਿ ਪ੍ਰੋਟੋਕਾਲ ਕਹਿੰਦਾ ਹੈ ਪਹਿਲੇ 10 ਦਿਨਾਂ ਦੇ ਅੰਦਰ 3 ਵਾਰੀ ਜਿਹੜਾ ਹੈਲਥ ਟੀਮ ਨੇ ਲਗਾਉਣਾ ਹੈ, ਉਹ ਵੀ ਨਾਲ ਇਨਸ਼ੋਰ ਕਰਾ ਰਹੇ ਹਾਂ। ਇਹ ਰੈਗੂਲਰ ਮੋਨੀਟਰਿੰਗ ਨਾਲ ਅਸੀਂ ਇਹ ਦੇਖਿਆ ਹੈ ਕਿ ਕਾਫੀ ਪੇਸ਼ੈਂਟਸ ਨੂੰ ਅਸੀਂ L2 ਚ ਰੈਫਰ ਕਰ ਪਾਏ ਹਾਂ ਜਿਹੜੇ ਘਰ ਬੈਠੇ ਹੋਏ ਸੀਗੇ, ਜਿਨ੍ਹਾਂ ਦਾ ਲੇਕਿਨ ਤਬੀਅਤ ਠੀਕ ਨਹੀਂ ਚੱਲ ਰਹੀ ਹੈ। ਜਦ ਅਸੀਂ ਇਸ ਤਰ੍ਹਾਂ ਦੇ ਕਾਲ ਸੈਂਟਰ ਤੋਂ ਕਾਲਿੰਗ ਕਰਾ ਰਹੇ ਹਾਂ ਜਾਂ ਸਾਡੇ ਹੈਲਥ ਆਫੀਸ਼ੀਅਲਸ ਜਾ ਰਹੇ हैं ਤੇ ਕਾਫੀ ਬੰਦੇ L2 ਚ ਸ਼ਿਫਟ ਹੋਏ हैं। L2 ਤੋਂ L3 ਅਸੀਂ ਆਪਣੇ ਲੈਵਲ ਤੇ ਵੀ ਭੇਜ ਰਹੇ ਹਾਂ। ਕਈ ਪੇਸ਼ੈਂਟਸ ਡਾਇਰੈਕਟਲੀ ਪ੍ਰਾਈਵੇਟ ਹਸਪਤਾਲਾਂ 'ਚ ਵੀ, ਜਲੰਧਰ ਜਿਵੇਂ ਹੈ ਉੱਥੇ ਆਪਣੇ ਲੈਵਲ ਤੇ ਵੀ ਜਾ ਰਹੇ ਜੀ। ਮੈਂ ਮੌਜੂਦਾ ਸਥਿਤੀ ਕਿਵੇਂ ਦੇਖਦੇ ਹੋ, ਕਿਉਂਕਿ ਮੈਂ ਇਹ ਵੀ ਚੈੱਕ ਕਰ ਰਿਹਾ ਸੀ ਜਿਹੜੇ ਲੇਟੈਸਟ ਫਿਗਰਸ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਾਰੀ ਕੀਤੇ ਗਏ, ਉਸ ਦੇ ਵਿੱਚ ਕਪੂਰਥਲਾ ਜਿਹੜੀ ਪੋਜ਼ਿਟਿਵਿਟੀ ਰੇਟ ਹੈ ਉਹ ਅਰਾਊਂਡ 7% ਦੇ ਅਰਾਊਂਡ ਹੈ। ਮੌਜੂਦਾ ਸਥਿਤੀ ਕਿਵੇਂ ਦੇਖਦੇ ਹੋ ਕਿ ਪੀਕ ਤੋਂ ਬਾਅਦ ਹੁਣ ਡਿਕਲਾਈਨ ਦੇ ਵੱਲ ਜਾ ਰਹੇ ਨੇ ਕੇਸਿਸ ਕਪੂਰਥਲਾ ਦੇ ਵਿੱਚ, ਉਸ ਫੇਜ਼ ਦੇ ਵੱਲ ਕਪੂਰਥਲਾ ਵੱਧ ਰਿਹਾ ਕਿ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੈਕਸੇਸ਼ਨਸ ਵਧਾਈਆਂ ਜਾ ਸਕਦੀਆਂ ਨੇ? I think it is too early to comment ਕਿਉਂਕਿ ਇਸ ਟਾਈਮ ਤੇ we need to see one thing, ਮੇਰੇ ਖਿਆਲ ਹਫਤਾ 10 ਦਿਨ ਸਾਨੂੰ ਹੋਰ ਵੇਖਣ ਦੀ ਲੋੜ ਹੈ ਕਿਉਂਕਿ ਅਸੀਂ ਜਦ ਸੈਂਪਲਿੰਗ ਇੰਨੀ ਜ਼ਿਆਦਾ ਕਰ ਰਹੇ ਹਾਂ ਤਾਂ 1-2 ਦਿਨ ਦੇ ਡਾਟਾ ਦੇ ਨਾਲ ਅਸੀਂ ਇੱਕਦਮ ਕਨਕਲੂਡ ਨਹੀਂ ਕਰ ਸਕਦੇ ਕਿ ਪੋਜ਼ਿਟਿਵਿਟੀ ਸਾਡੀ ਬਹੁਤ ਜਲਦੀ ਘਟਣ ਵਾਲੀ ਹੈ ਤਾਂ ਲੋਕਡਾਊਨ ਜਿਹੜਾ ਹੈ ਉਹ ਥੋੜਾ ਰਿਡਿਊਸ ਕਰਤਾ ਜਾਏ। ਮੇਰੇ ਖਿਆਲ ਹਜੇ ਕਿਉਂਕਿ ਪਿੰਡਾਂ 'ਚ ਵੀ ਸੈਂਪਲਿੰਗ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ, ਅਰਬਨ 'ਚ ਹੀ ਅਸੀਂ ਕਰ ਰਹੇ ਸੀਗੇ, ਅਸੀਂ ਟਾਰਗੇਟਡ ਸੈਂਪਲਿੰਗ ਕਾਫੀ ਕਰ ਰਹੇ ਹਾਂ, ਅਸੀਂ ਮਾਈਕਰੋ ਕੰਟੇਨਮੈਂਟ ਜ਼ੋਨਸ ਕਾਫੀ ਬਣਾ ਰਹੇ ਹਾਂ ਜਿਹਦਾ ਇਫੈਕਟ ਤਾਂ ਆਇਆ ਹੈ ਆਫ ਕੋਰਸ ਕਿਉਂਕਿ ਮੇਰੇ ਜ਼ਿਲ੍ਹੇ 'ਚ ਫਗਵਾੜਾ ਤੇ ਪੰਚਸ਼ਾਟ 'ਚ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਚੱਲ ਰਹੀ ਸੀਗੀ। ਹੁਣ ਅੱਜ ਜਿਹੜਾ ਅਸੀਂ ਐਨਾਲਾਈਜ਼ ਕੀਤਾ ਹੈ ਪਿਛਲੇ 4 ਦਿਨਾਂ ਦੇ ਡਾਟਾ ਜੋ ਮੈਂ ਦੇਖਦੀ ਹਾਂ ਤਾਂ ਉੱਥੇ ਪੋਜ਼ਿਟਿਵਿਟੀ ਰਿਡਿਊਸ ਹੋਈ ਹੈ। ਇਨਫੈਕਟ ਐਟ ਦਿਸ ਮੋਮੈਂਟ ਉੱਥੇ ਕਰੀਬਨ ਸਿਰਫ 2% ਪੋਜ਼ਿਟਿਵਿਟੀ ਹੀ ਆਈ ਹੈ। ਬਟ ਆਈ ਥਿੰਕ ਇਟ ਇਜ਼ ਟੂ अर्ਲੀ ਟੂ ਕਮੈਂਟ ਔਨ ਦੈਟ। ਸਾਡੇ ਐਫਰਟਸ ਪੂਰੇ ਚੱਲ ਰਹੇ ਹਨ। ਲੈਟ ਅਸ ਹੋਪ ਕਿ ਇਨ ਨੈਕਸਟ 7 to 10 ਡੇਜ਼ ਅਸੀਂ ਪੋਜ਼ਿਟਿਵਿਟੀ ਨੂੰ ਹੋਰ ਰਿਡਿਊਸ ਕਰ ਸਕੀਏ। ਬਟ ਉਹਦੇ ਨਾਲ ਮੈਂ ਇਹ ਕਹਿਣਾ ਚਾਹੂੰਗੀ ਕਿ ਪੋਜ਼ਿਟਿਵਿਟੀ ਰਿਡਿਊਸ ਕਰਨਾ ਥਰੂ ਟੈਸਟਿੰਗ ਐਂਡ ਆਲ ਇਜ਼ ਵਨ ਐਸਪੈਕਟ, ਉਹਨੂੰ ਸਸਟੇਨੇਬਲ ਬਣਾਉਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਲੋਕਾਂ ਦਾ ਸਾਥ ਜਦ ਤੱਕ ਨਹੀਂ ਹੋਏਗਾ ਤਾਂ ਕੋਈ ਫਾਇਦਾ ਨਹੀਂ ਹੈ। ਜਦ ਤੱਕ ਤੁਸੀਂ ਸੋਸ਼ਲ ਡਿਸਟੈਂਸ ਦੇ ਨੋਰਮਸ, ਮਾਸਕ ਪਾਉਣ ਦੇ ਨੋਰਮਸ, ਜਦ ਤੁਹਾਡਾ ਨੰਬਰ ਆਏ ਉਸ ਟਾਈਮ ਤੇ ਵੈਕਸੀਨੇਸ਼ਨ ਲਗਵਾਉਣ ਲਈ ਤੁਸੀਂ ਅੱਗੇ ਆਓ, ਆਹ ਚੀਜ਼ਾਂ ਜਦ ਤੱਕ ਇਨਸ਼ੋਰ ਨਹੀਂ ਕਰੋਗੇ ਤਾਂ ਤੱਕ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੋਏਗੀ। ਪੋਜ਼ਿਟਿਵਿਟੀ ਫਿਰ ਦੁਬਾਰਾ ਵੀ ਵੱਧ ਸਕਦੀ ਹੈ ਕਿਉਂਕਿ ਆਹ ਸਾਰਾ ਕਰੋਨਾ ਵਾਇਰਸ ਦਾ ਜਿਹੜਾ ਸਾਰਾ ਪ੍ਰੋਬਲਮ ਹੈ ਇਟ ਇਜ਼ ਟੋਟਲੀ ਡਿਪੈਂਡ ਔਨ ਅਸ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰੀਏ। ਸਾਨੂੰ ਆਪਣਾ ਲਾਈਫਸਟਾਈਲ ਚੇਂਜ ਕਰਨਾ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ। ਸਾਨੂੰ ਮਾਸਕ ਪਾਣੇ ਹੀ ਪਾਣੇ ਹੈ, ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਹੈ। ਹੁਣ ਵੈਕਸੀਨੇਸ਼ਨ ਆ ਗਈ ਹੈ, ਵੈਕਸੀਨ ਲਗਵਾਣੀ ਹੀ ਹੈ ਤਾਂ ਹੀ ਇਸ ਪ੍ਰੋਬਲਮ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ। ਮੈਮ 8 to 1 ਇਹ ਸ਼ਾਪਸ ਖੁੱਲਣ ਦਾ ਟਾਈਮ ਹੈ ਤਾਂ ਮੈਨੂੰ ਤਾਂ ਇਹ ਸਮਝਿਆ ਜਾਵੇ ਕਿ ਫਿਲਹਾਲ 31 ਮਈ ਤੱਕ ਤਾਂ ਕੋਈ ਰਿਲੈਕਸੇਸ਼ਨ ਨਹੀਂ ਹੋਏਗੀ, ਐਜ਼ ਇਟ ਇਜ਼ ਰਹਿਣਗੀਆਂ ਨਾਰਮਸ ਜੋ ਵੀ ਹੈਗੇ ਨੇ ਰੂਲਸ? ਹਜੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਨਫੈਕਟ ਸਟੇਟ ਨੇ ਵੀ ਬਿਲਕੁਲ ਕਲੀਅਰ ਕੀਤਾ ਹੈ, CM ਸਾਹਿਬ ਦੀ ਵੀ ਬਿਲਕੁਲ ਸਟੇਟਮੈਂਟ ਆਈ ਸੀ 31 ਮਈ ਤੱਕ ਸੇਮ ਕੰਡੀਸ਼ਨਸ ਵਿਲ ਪ੍ਰੀਵੇਅਰ ਐਂਡ ਇਟ ਇਜ਼ ਸਟਿਲ ਟੂ अर्ਲੀ ਟੂ ਕਮੈਂਟ ਕਿ ਅਸੀਂ ਸੇਫ ਜ਼ੋਨ 'ਚ ਆ ਚੁੱਕੇ ਹਾਂ। ਮੈਂ ਇੱਕ ਸੁਲਤਾਨਪੁਰ ਲੋਧੀ ਨੂੰ ਲੈ ਕੇ ਜ਼ਰੂਰ ਕੁਐਸਚਨ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਉੱਥੇ ਜਿਹੜੇ ਸੰਗਤ ਜਿਹੜੇ ਲੋਕ ਹੈਗੇ ਨੇ ਬਾਹਰ ਤੋਂ ਆਉਂਦੇ ਨੇ ਨਤਮਸਤਕ ਹੋਣ ਦੇ ਲਈ, ਗੁਰੂ ਘਰ ਹੈ ਮੱਥਾ ਟੇਕਣ ਦੇ ਲਈ, ਕੁਝ ਅਲੱਗ ਤੋਂ ਤੁਹਾਨੂੰ ਗਾਈਡਲਾਈਨਸ ਉਹਨਾਂ ਦੇ ਲਈ ਜਾਰੀ ਕਰਨੀਆਂ ਪਈਆਂ ਜਾਂ ਤੁਸੀਂ ਕੀਤੀਆਂ ਨਹੀਂ ਤਾਂ ਕਿ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਆਪਾਂ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ? ਆਊਟਸਾਈਡਰਸ, ਡਿਸਟ੍ਰਿਕਟ ਦੇ ਆਊਟਸਾਈਡਰ ਵੀ ਹੁੰਦੇ ਨੇ, ਆਊਟ ਆਫ ਸਟੇਟ ਵੀ ਹੁੰਦੇ ਨੇ, ਉਹ ਤੁਸੀਂ ਬਖੂਬੀ ਜਾਣਦੇ ਹੋ। ਉੱਥੇ ਕਿਵੇਂ ਤੁਸੀਂ ਹੈਂਡਲ ਕਰ ਰਹੇ ਹੋ ਇਹ ਚੀਜ਼ਾਂ?
ਆਊਟ ਆਫ ਸਟੇਟ ਲਈ ਤਾਂ ਗਾਈਡਲਾਈਨ ਬਿਲਕੁਲ ਕਲੀਅਰ ਹੈ ਕਿ ਉਹਨਾਂ ਦੇ ਕੋਲ ਆਰਟੀਪੀਸੀਆਰ ਰਿਪੋਰਟ ਹੋਣੀ ਚਾਹੀਦੀ ਹੈ ਨੈਗੇਟਿਵ, ਪਿਛਲੇ 72 ਘੰਟਿਆਂ ਦੀ ਕੋਈ ਰਿਪੋਰਟ ਹੋਈ ਜੀ। ਕਿ ਆਰਟੀਪੀਸੀਆਰ ਨੈਗੇਟਿਵ ਤਾਂ ਹੀ ਐਂਟਰੀ ਹੁੰਦੀ ਹੈ। ਬਟ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ, ਅਸੀਂ ਐਸਜੀਪੀਸੀ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁਰਦੁਆਰਿਆਂ 'ਚ ਕਾਫੀ ਟੈਸਟਿੰਗ ਦੇ ਕੈਂਪਸ ਵੀ ਲਗਾਏ हैं टू इंश्योर कि ਬੰਦਿਆਂ ਦੀ ਟੈਸਟਿੰਗ ਹੁੰਦੀ ਰਹੇ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ, ਕਿਉਂਕਿ ਯੂਜ਼ਲੀ ਦੇਖਿਆ ਗਿਆ ਹੈ ਕਿ ਵੀਕਐਂਡ ਤੇ ਲੋਕੀ ਆਉਂਦੇ ਹੈ ਉੱਥੇ ਤੇ ਆਪਾਂ ਇੰਸ਼ੋਰ ਕਰਦੇ ਹਾਂ ਕਿ ਉਹਨਾਂ ਦੀ ਟੈਸਟਿੰਗ ਜਿੰਨੀ ਹੋ ਸਕੇ ਉਹਨਾਂ ਵਧੀਆ ਹੈ। ਐਂਟੀਜਨ ਕਿਟਸ ਦੇ ਨਾਲ ਟੈਸਟਿੰਗ ਕਰਾते रहिए ਜੀ। मैं वैक्सीन की तरफ बढ़ा क्योंकि ऑक्सीजन ਨੂੰ ਲੈ ਕੇ मैं थोड़ा ਜਿਹਾ पता करने की कोशिश की न्यूज़ 18 पंजाब ने, ਤਾਂ ਫਿਲਹਾਲ ਇਨਫੈਕਟ ਪੂਰੇ ਪੰਜਾਬ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਜ਼ਿਆਦਾ ਕਿਤੇ ਪ੍ਰੋਬਲਮ ਕੋਈ ਨਹੀਂ ਆਈ, ਇਨਫੈਕਟ ਕਪੂਰਥਲਾ ਦੇ ਵਿੱਚ ਵੀ ਨਹੀਂ। ਪਰ ਵੈਕਸੀਨ ਨੂੰ ਲੈ ਕੇ ਬਹੁਤ ਸਾਰੀਆਂ ਇਸ ਸਮੇਂ ਦਿੱਕਤਾਂ ਹੈਗੀਆਂ ਨੇ, ਇਨਫੈਕਟ ਕਪੂਰਥਲਾ ਦੇ ਵਿੱਚ ਵੀ ਹੈਗੀਆਂ ਨੇ। ਇਹ ਵੀ ਇਨਫੋਰਮੇਸ਼ਨ ਸੀ ਕਿ ਉੱਥੇ 8 ਤੋਂ 10 ਜਾਂ 20 ਲੋਕਾਂ ਦੀ ਵੈਕਸੀਨ ਅਵੇਲੇਬਲ ਸੀ, ਉੱਥੇ 200-300 ਲੋਕਾਂ ਨੂੰ ਕਿਸੇ ਵੈਕਸੀਨੇਸ਼ਨ ਸੈਂਟਰ ਦੇ ਉੱਤੇ ਪਰਚੀ ਦੇ ਦਿੱਤੀ ਗਈ, ਉਹਨਾਂ ਨੂੰ ਟਾਈਮ ਦੇ ਦਿੱਤਾ ਗਿਆ, ਅਪਾਇੰਟਮੈਂਟ ਦੇ ਦਿੱਤੀ ਗਈ। ਮੌਜੂਦਾ ਸਥਿਤੀ ਵੈਕਸੀਨੇਸ਼ਨ ਡਰਾਈਵ ਦੀ ਕਿਵੇਂ ਤੁਸੀਂ ਦੇਖ ਰਹੇ ਹੋ? ਜੇ ਵੈਕਸੀਨੇਸ਼ਨ ਡਰਾਈਵ ਦੀ ਅਸੀਂ ਪਾਰਟਿਕੂਲਰਲੀ ਗੱਲ ਕਰੀਏ ਦੈਨ ਜਿਹੜਾ ਅਸੀਂ 2 ਮਹੀਨੇ ਤੋਂ ਐਫਰਟ ਲਗਾ ਰਹੇ ਸੀਗੇ ਕਿ ਕਾਈਂਡਲੀ ਅੱਗੇ ਆਓ ਵੈਕਸੀਨ ਲਗਵਾਓ, ਇਟ ਹੈਜ਼ ਸਟਾਰਟਡ ਸ਼ੋਇੰਗ ਦ ਪੋਜ਼ਿਟਿਵ ਰਿਜ਼ਲਟਸ। ਮੇਬੀ ਹੁਣ ਕੌਨਫੀਡੈਂਸ ਵੀ ਆਉਣਾ ਸ਼ੁਰੂ ਹੋ ਗਿਆ ਹੈ ਲੋਕਾਂ ਦੇ ਅੰਦਰ। ਅੱਜ ਦੇ ਟਾਈਮ 'ਚ ਜ਼ਿਲ੍ਹੇ 'ਚ ਅਸੀਂ 1.35 ਲੱਖ ਲੋਕਾਂ ਦੀ ਵੈਕਸੀਨੇਸ਼ਨ ਕਰ ਚੁੱਕੇ ਹਾਂ। ਜਿਹੜਾ 18 ਤੋਂ ਜੀ। 44 ਵਾਲਾ ਏਜ ਗਰੁੱਪ ਹੈ, ਜਿਹੜੀ ਸਟੇਟ ਵੈਕਸੀਨ ਉਹਦੇ ਲਈ ਪ੍ਰੋਵਾਈਡ ਕਰਾ ਰਹੀ ਹੈ, ਉਹਦੇ 'ਚ ਵੀ ਅੱਜ ਦੀ ਡੇਟ 'ਚ ਅਸੀਂ 10,600 ਦੇ ਕਰੀਬ ਲੋਕਾਂ ਨੂੰ ਕਵਰ ਕੀਤਾ ਹੈ, ਜਿਹਦੇ 'ਚ ਇਸ ਟਾਈਮ ਕ੍ਰਾਈਟੇਰੀਆ ਦੇ ਹਿਸਾਬ ਨਾਲ ਕੋਮੋਰਬਿਡ 18 ਤੋਂ 44 ਦਾ ਏਜ ਗਰੁੱਪ, ਕੰਸਟਰਕਸ਼ਨ ਵਰਕਰਸ ਰਜਿਸਟਰਡ ਐਂਡ ਰਜਿਸਟਰਡ ਐਂਡ ਹੈਲਥ ਕੇਅਰ ਵਰਕਰਸ ਐਂਡ देयर ਫੈਮਲੀਜ਼, ਉਹਨਾਂ ਦੀ ਵੈਕਸੀਨੇਸ਼ਨ ਚੱਲ ਰਹੀ ਹੈ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਹੈ ਰਿਗਾਰਡਿੰਗ ਦਾ ਅਵੇਲੇਬਿਲਿਟੀ, ਸਿੰਸ ਵੀ ਆਲ ਨੋ ਕਿ ਅਵੇਲੇਬਿਲਿਟੀ ਦਾ ਇਸ਼ੂ ਜਿਹੜਾ ਹੈ ਉਹ ਥੋੜਾ ਬਹੁਤ ਹਰ ਜਗ੍ਹਾ ਤੇ ਚੱਲ ਰਿਹਾ ਹੈ, ਕਿਉਂਕਿ ਸੈਂਟਰ ਦੀ ਸਪਲਾਈ ਜਿਸ ਹਿਸਾਬ ਨਾਲ ਪ੍ਰੋਵਾਈਡ ਕਰਾਈ ਜਾਂਦੀ ਹੈ 45 ਤੋਂ ਅਬਵ ਲਈ, ਉਸ ਹਿਸਾਬ ਨਾਲ ਹੀ ਸਾਰਾ ਕੁਝ ਹੁੰਦਾ ਹੈ। ਸਟੇਟ ਦੀ ਸਪਲਾਈ ਸਾਨੂੰ 18 ਤੋਂ 44 ਵਾਲੀ ਰੈਗੂਲਰ ਆ ਹੀ ਰਹੀ ਹੈ। ਅੱਜ ਵੀ ਸਾਡਾ ਸਟਾਕ ਜਿਹੜਾ ਹੈ, ਕੱਲ ਸ਼ਾਮ ਨੂੰ ਵੀ ਸਾਡੇ ਕੋਲ ਹੋਰ ਸਟਾਕ ਆ ਗਿਆ ਹੈ। ਅੱਜ ਵੀ ਸਾਡੀ ਜਿਹੜੀ ਵੈਕਸੀਨੇਸ਼ਨ ਸਾਈਟਸ ਹੈ ਉਹ ਸਾਰੀ ਔਨ ਹੈ, ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈ। ਸੈਂਟਰ ਸਪਲਾਈ ਕ੍ਰੀਏਟਸ ਇਸ਼ੂ ਫॉर 2-3 ਡੇਜ਼ ਬਟ ਵਿਲ ਟਰਾਈ ਕਿ ਜਿੰਨੀ ਜਲਦੀ ਉਹ ਸਪਲਾਈ ਆਉਂਦੀ ਹੈ ਵੀ ਇਨਸ਼ੋਰ ਕਿ ਉਹਨੂੰ ਐਗਜ਼ੌਸਟ ਟਾਈਮਲੀ ਕਰਤਾ ਜਾਏ। ਜੀ ਮੈਂ ਆਖਿਰ ਦੇ ਵਿੱਚ ਇੱਕ ਥੋੜਾ ਜਿਹਾ ਲਾਈਟਰ ਮੋਡ ਤੇ ਜਾ ਕੇ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ, ਕਿਉਂਕਿ ਇਨਫੈਕਟ ਪੂਰਾ ਡਿਸਟ੍ਰਿਕਟ ਹੀ ਤੁਹਾਡੀ ਫੈਮਿਲੀ ਦੀ ਤਰ੍ਹਾਂ ਹੋਏਗੀ, ਤੁਸੀਂ ਹੈਡ ਆਫ ਦਾ ਡਿਸਟ੍ਰਿਕਟ ਹੋ, ਪਰ ਖੁਦ ਦੀ ਫੈਮਿਲੀ ਕਿਸ ਤਰੀਕੇ ਨਾਲ ਤੁਸੀਂ ਇਸ ਸਮੇਂ ਉਹਨਾਂ ਦੇ ਲਈ ਟਾਈਮ ਕੱਢ ਰਹੇ ਹੋ? ਤੁਹਾਨੂੰ ਹਸਪੀਟਲ ਵੀ ਜਾਣਾ ਪੈਂਦਾ ਹੋਏਗਾ, ਤੁਹਾਨੂੰ ਬਹੁਤ ਸਾਰੀਆਂ ਐਸੀ ਥਾਵਾਂ ਦੇ ਉੱਤੇ ਜਾਣਾ ਪੈਂਦਾ ਹੋਏਗਾ ਜਿੱਥੇ ਇਨਫੈਕਸ਼ਨ ਹੋਣ ਦਾ ਡਰ ਹੁੰਦਾ। ਕਿਵੇਂ ਖੁਦ ਦੀ ਫੈਮਿਲੀ ਨੂੰ ਹੈਂਡਲ ਕਰ ਰਹੇ ਹੋ? ਲੋਕ ਜਾਣਨਾ ਚਾਹੁੰਦੇ ਨੇ ਕਿ ਸਾਡੇ ਡਿਸਟ੍ਰਿਕਟ ਦਾ ਡੀਸੀ ਕਿਵੇਂ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ, ਕਿਵੇਂ ਉਹ ਖੁਦ ਨੂੰ ਹੈਂਡਲ ਕਰਦਾ ਹੈ, ਆਪਣੀ ਫੈਮਿਲੀ ਨੂੰ ਹੈਂਡਲ ਕਰਦਾ ਹੈ। ਸਭ ਤੋਂ ਪਹਿਲਾਂ ਵੈਕਸੀਨ ਲਗਵਾਈ ਹੋਈ ਹੈ, दैट्स अ मेन थिंग, क्योंकि वी आर मोर एट द रिस्क साढ़े, क्योंकि असी सारियां नू मिलना है, लोगों के अंदर जाके गल भी करनी है, सारा कुछ करना है। वी हैव इंश्योर्ड दैट वी आर वैक्सीनेटेड। दूजा मास्क नहीं उतारते असी, क्योंकि मेरे घर जो मैं गल करा तो आई हैव सीन वन पॉजिटिव केस इन माई फैमिली रिसेंटली बिकॉज ऑफ वन सफाई वाला हु टर्नड आउट पॉजिटिव आफ्टर गेटिंग वैक्सीनेटेड। ਤਾਂ ਹੀ ਉਸ ਬੰਦੇ 'ਚ ਵੀ ਕੋਈ ਸਿੰਪਟਮਸ ਨਹੀਂ ਸੀਗੇ ਐਂਡ ਮੇਰੇ ਘਰ 'ਚ ਵੀ ਜਿਹੜੇ ਪੋਜ਼ਿਟਿਵ ਆਏ ਉਹਨਾਂ 'ਚ ਵੀ ਸਿੰਪਟਮਸ ਨਹੀਂ ਆਏ। ਸੋ ਵੈਕਸੀਨੇਸ਼ਨ ਇਜ਼ ਵੈਰੀ ਗੁੱਡ ਆਪਸ਼ਨ। ਜੇ ਆਂਦਾ ਵੀ ਹੈ ਕੋਈ ਪੋਜ਼ਿਟਿਵ ਤਾਂ ਜ਼ਿਆਦਾ ਸੀਰੀਅਸ ਕੇਸ ਨਹੀਂ ਹੁੰਦਾ, ਇਸ ਲਈ ਪਲੀਜ਼ ਵੈਕਸੀਨ ਜ਼ਰੂਰ ਲਗਵਾਓ। ਦੂਜਾ ਵੀ ਇਨਸ਼ੋਰ ਕਿ ਮਾਸਕ ਪਾ ਕੇ ਰੱਖੀਏ, ਖਾਸ ਕਰ ਜਿਵੇਂ ਅਸੀਂ ਲੋਕ ਹਾਂ ਜਿਹਦਾ ਜ਼ਿਆਦਾ ਰਿਸਕ ਕੈਟੇਗਰੀ 'ਚ ਆਉਂਦੇ ਹਾਂ, ਵੀ ਇਨਸ਼ੋਰ ਕਿ ਅਸੀਂ ਮਾਸਕ ਕਦੇ ਨਾ ਉਤਾਰੀਏ, ਬਿਕਾਜ਼ ਜਿੰਨੀ ਮੇਰੀ ਰਿਸਪੌਂਸਿਬਿਲਿਟੀ ਸਾਰੇ ਜ਼ਿਲ੍ਹੇ ਲਈ ਹੈ, ਮੇਰੇ ਪਰਿਵਾਰ ਲਈ ਵੀ ਉਨੀ ਰਿਸਪੌਂਸਿਬਿਲਿਟੀ ਹੈ। ਆਈ ਡੋਂਟ ਵਾਂਟ ਕਿ ਮੇਰੇ ਕਾਰਨ ਕੋਈ ਪੋਜ਼ਿਟਿਵ ਕੱਲ੍ਹ ਨੂੰ ਆ ਜਾਏ। ਐਂਡ ਵੈਕਸੀਨ ਜ਼ਰੂਰ ਲਗਵਾ ਲਓ, ਕਿਉਂਕਿ ਵੈਕਸੀਨ ਦੇ ਇਫੈਕਟਸ ਮੈਂ ਤਾਂ ਹੁਣ ਆਪਣੇ ਘਰ 'ਚ ਵੀ ਦੇਖੇ ਹੈ। ਯੂਜ਼ਲੀ ਵੀ ਆਰ ਏਬਲ ਟੂ ਕੰਟਰੋਲ ਦ ਸਿਚੁਏਸ਼ਨ ਵਿਦ ਦੈਟ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤੁਸੀਂ ਪੂਰੀ ਗਰਾਊਂਡ ਰਿਐਲਿਟੀ ਦੱਸੀ ਹੈ ਕਿ ਇਸ ਸਮੇਂ ਕੀ ਕੁਝ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਮਾਹੌਲ ਹੈ, ਹਾਲਾਤ ਹੈ। ਇਨਫੈਕਟ ਜੋ ਆਖਿਰ ਦੇ ਵਿੱਚ ਤੁਸੀਂ ਦੇ ਲਈ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਬਕ ਦੇ ਤੌਰ ਦੇ ਉੱਤੇ ਵੀ ਹੈਗਾ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਕਿਵੇਂ ਇਸ ਸਮੇਂ ਗੱਲਬਾਤ ਕਰਦੇ ਹੋ ਜਾਂ ਫੈਮਿਲੀ ਦਾ ਕਿਵੇਂ ਧਿਆਨ ਰੱਖਦੇ ਹੋ, ਤੇ ਆਮ ਲੋਕ ਵੀ ਉਸ ਤਰੀਕੇ ਨਾਲ ਆਪਣੀ ਫੈਮਿਲੀ ਦਾ ਧਿਆਨ ਰੱਖ ਸਕਦੇ ਨੇ। ਮੈਮ ਬਹੁਤ ਬਹੁਤ ਧੰਨਵਾਦ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ।